ਅੰਮ੍ਰਿਤਸਰ ਦੇ 에ਅਰਪੋਰਟ ਤੇ ਬੀਤੀ ਰਾਤ ਅੰਮ੍ਰਿਤਸਰ ਤੋਂ ਕਲਕੱਤਾ ਜਾਣ ਵਾਲੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ। ਦਰਅਸਲ ਜਦੋਂ ਜਹਾਜ਼ 5000 ਫੀਟ ਦੀ ਉਡਾਨ ਤੇ ਸੀ ਤੇ ਅਚਾਨਕ ਉਸ ਦਾ ਇੱਕ ਇੰਜਨ ਜਿਹੜਾ ਹੈ ਕੰਮ ਕਰਨਾ ਬੰਦ ਕਰ ਦਿੰਦਾ ਹੈ ਤੇ ਉਸ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ। ਤਾਂ ਇਹ ਲੈਂਡਿੰਗ ਜਿਹੜੀ ਹੈ ਰਾਤ ਨੂੰ ਸੀ ਔਰ ਜਦੋਂ ਇੰਡੀਗੋ 에ਅਰਲਾਈਨਸ ਦੀ ਫਲਾਈਟ ਜਿਹੜੀ ਹੈ ਰਾਤ ਨੂੰ ਤਕਰੀਬਨ 10:40 ਦੇ ਉੱਤੇ ਉਡਾਨ ਭਰਦੀ ਹੈ ਤਾਂ ਉਸ ਤੋਂ ਬਾਅਦ ਅਚਾਨਕ ਉਸ ਦਾ ਇੱਕ ਹਿੱਸਾ ਜਿਹੜਾ ਹੈ ਉਹ ਕੰਮ ਕਰਨਾ ਬੰਦ ਕਰ ਦਿੰਦਾ ਹੈ। ਤੇ ਜਦੋਂ ਅਚਾਨਕ ਇਸ ਮਾਮਲੇ ਦੇ ਵਿੱਚ ਜਦੋਂ 에ਅਰਪੋਰਟ ਵੱਲੋਂ ਜਿਹੜਾ ਪਾਇਲਟ ਵੱਲੋਂ ATC ਨੂੰ ਸੂਚਿਤ ਕੀਤਾ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਹੈ ਇਸ ਦੀ ਜਿਹੜੀ ਹੈ ਐਮਰਜੈਂਸੀ ਲੈਂਡਿੰਗ ਕੀਤੀ ਗਈ। ਤੇ ਤੁਹਾਨੂੰ ਦੱਸਣਾ ਚਾਹਾਂਗੇ 122 ਦੇ ਕਰੀਬ ਯਾਤਰੀ ਜਿਹੜੇ ਸੀ ਇਸ ਉਡਾਨ ਦੇ ਵਿੱਚ ਸ਼ਾਮਲ ਸਨ ਔਰ ਜਿਸ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ ਕਿਉਂਕਿ ਜਹਾਜ਼ ਦਾ ਇੱਕ ਜਿਹੜਾ ਇੰਜਨ ਹੁੰਦਾ ਹੈ ਉਹ ਬਿਲਕੁਲ ਕੰਮ ਕਰਨਾ ਬੰਦ ਕਰ ਗਿਆ ਸੀ ਤੇ 5000 ਫੀਟ ਦੀ ਉਚਾਈ ਤੇ ਹੋਣ ਕਰਕੇ ਉਸ ਦੀ ਅਚਾਨਕ ਐਮਰਜੈਂਸੀ ਲੈਂਡਿੰਗ ਕੀਤੀ ਗਈ। ਤਾਂ ਇਹ ਉਸ ਤੋਂ ਬਾਅਦ ਥੋੜ੍ਹੇ ਸਮੇਂ ਬਾਅਦ ਜਿਹੜੇ ਇੰਜੀਨੀਅਰਸ ਆਏ ਤਾਂ ਉਸ ਤੋਂ ਬਾਅਦ ਇੱਥੋਂ ਦੀ ਉਡਾਨ ਨੂੰ ਇੱਕ ਨਵੀਂ ਉਡਾਨ ਰਾਹੀਂ ਇੱਥੋਂ ਦੀ ਵਾਪਸ ਭੇਜ ਦਿੱਤਾ ਗਿਆ ਹੈ। ਤਾਂ ਅੰਮ੍ਰਿਤਸਰ 에ਅਰਪੋਰਟ ਦੀ ਇਹ ਬੀਤੀ ਰਾਤ ਇੱਕ ਜਿਹੜੀ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ ਉਸ ਦੇ ਬਾਰੇ ਡਿਟੇਲ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ 122 ਦੇ ਕਰੀਬ ਯਾਤਰੀ ਸਨ ਜਿਹੜੇ ਕਿ ਉਸ ਉਡਾਨ 'ਚ ਸਫ਼ਰ ਕਰ ਰਹੇ ਸਨ ਤੇ 6 ਕਰੂ ਮੈਂਬਰ ਸਨ। ਤਾਂ ਅਚਾਨਕ ਇੱਕ ਵਾਰ ਜ਼ਰੂਰ ਸੰਕਟ ਆਇਆ ਕਿਉਂਕਿ ਅਚਾਨਕ ਜਦੋਂ ਕਿ ਮਹਿਜ 3 ਮਿੰਟ ਦਾ ਹੀ ਸਮਾਂ ਬੀਤਿਆ ਸੀ ਤੇ ਅਚਾਨਕ ਉਸ ਜਹਾਜ਼ ਦਾ ਇੱਕ ਇੰਜਨ ਨੇ ਕੰਮ ਕਰਨਾ ਬੰਦ ਕਰਤਾ ਜਿਸ ਤੋਂ ਬਾਅਦ ਕਿ ਇਹ ਵੱਡੀ ਮੁਸ਼ਕਲ ਆਈ। ਤਾਂ ਉਸ ਤੋਂ ਬਾਅਦ ਫਿਲਹਾਲ ਇਸ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ। ਤਾਂ ਉਸ ਤੋਂ ਬਾਅਦ 3 ਯਾਤਰੀ ਜਿਹੜੇ ਨੇ ਉਹਨਾਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਅਸੀਂ ਜਿਸ ਜਗ੍ਹਾ 'ਤੇ ਜਾਣਾ ਸੀ ਉੱਥੇ ਸਾਡੀ ਕੁਝ ਡਿਲੇ ਹੋ ਗਈ ਹੈ। ਲੇਕਿਨ ਫਿਲਹਾਲ ਇੱਕ ਵੱਡੀ ਜਿਹੜੀ ਹੈ ਕਾਰਵਾਈ ਹੋਈ ਬੀਤੀ ਰਾਤ ਕਿਉਂਕਿ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ। ਤਾਂ ਇੰਡੀਗੋ 에ਅਰਲਾਈਨਸ ਦੀ ਜਿਹੜੀ ਫਲਾਈਟ ਸੀ ਉਸਨੇ ਉਡਾਨ ਭਰਨੀ ਸੀ ਤਾਂ ਉਹ ਜਿਹੜੀ ਹੈ ਅੰਮ੍ਰਿਤਸਰ 에ਅਰਪੋਰਟ ਤੋਂ ਰਾਤ ਵੇਲੇ ਜਿਹੜਾ ਹੈ ਇੱਥੇ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ। ਤਾਂ ਤਸਵੀਰਾਂ ਤੁਹਾਨੂੰ ਅਸੀਂ ਅੰਮ੍ਰਿਤਸਰ 에ਅਰਪੋਰਟ ਦੀਆਂ ਸਾਂਝੀਆਂ ਕਰ ਰਹੇ ਹਾਂ। ਫਿਲਹਾਲ ਇੱਕ ਸਪੈਸ਼ਲ ਫਲਾਈਟ ਦੇ ਮਾਧਿਅਮ ਦੇ ਨਾਲ ਜਿਹੜੇ ਯਾਤਰੀ ਸੀ ਉਹਨਾਂ ਨੂੰ ਕਲਕੱਤਾ ਰਵਾਨਾ ਕਰ ਦਿੱਤਾ ਗਿਆ ਹੈ। ਲੇਕਿਨ ਫਿਲਹਾਲ ਇਸ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਸ ਦਾ ਕਾਰਨ ਕੀ ਸੀ ਕਿ ਕਿਉਂ ਜਿਹੜਾ ਹੈ ਇਸ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ ਤੇ ਕੀ ਕਾਰਨ ਸੀ ਕਿ ਜਹਾਜ਼ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਆਈ ਹੈ। ਇਸ ਮਾਮਲੇ 'ਚ ਗੱਲ ਕਰਦੇ ਹਾਂ ਅਧਿਕਾਰੀਆਂ ਦੇ ਨਾਲ। ਇੰਡੀਗੋ ਦੀ ਇਸ ਫਲਾਈਟ ਦਾ ਕੀ ਸੱਚ ਹੈ ਤਾਂ ਸਾਡੇ ਨਾਲ ਇਸ ਵੇਲੇ 에ਅਰਪੋਰਟ ਡਾਇਰੈਕਟਰ ਮੌਜੂਦ ਨੇ, 에ਅਰਪੋਰਟ ਦੇ ਅਧਿਕਾਰੀ ਨੇ ਜੋ ਕਿ ਇਸ ਵੇਲੇ ਬੈਠੇ ਨੇ। ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਮੈਡਮ ਕੀ ਡਿਟੇਲਸ ਨੇ ਜੀ ਜਿਹੜੀ ਤੁਸੀਂ ਸਾਂਝੀ ਕਰਨੀ ਚਾਹੋਗੇ? ਕੋਈ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ कि उन्होंने फायर हो गया सी इस तरह का की कहना चाहोगे? नहीं सर, एक्चुअली इंडिगो की फ़्लाइट रात को 10:24 पर डिपार्ट हुई और डिपार्चर के 3 मिनट के बाद एयरक्राफ्ट में इंजन वार्निंग मिली पायलट को। उनके सामने जो पैनल होता है उस पर वार्निंग आ गई और उसमें था कि इंजन जो है वो फेलियर ऑफ वन इंजन। तो वन इंजन फेलियर होने के बाद फ़्लाइट को वापस आना होता है क्योंकि अब वो पूरी परफॉर्मेंस से नहीं उड़ सकता है। लेकिन उसको कोई ऐसा थ्रेट नहीं होता। इंजन इज़ फेल बट वी हैव अनदर इंजन जिस पर वन इंजन पर फ्लाई कर सकते हैं। तो उसके बाद स्टैंडर्ड ऑपरेटिंग प्रोसीजर यही है कि जहाज़ वापस आता है। तो ये 10:24 पर डिपार्चर हुआ। 10:27 पर जहाज़ को वार्निंग मिली और वापस जहाज़ 10:40 पर लैंड किया अमृतसर एयरपोर्ट पर। और उसके बाद उसको हम टो करके मतलब उसको टैक्सी करके वापस गया वो बे पर और वहाँ पर जो भी प्रोसीजर्स हैं उनको उतारा गया यात्रियों को। और उसके बाद एक दूसरा जहाज़ इंडिगो एयरलाइंस ने उपलब्ध कराया जिससे वो डिपार्चर उसका हो गया। 3 लोगों ने उसमें टोटल पैसेंजर का जो नंबर था फ़्लाइट में वो था 122 में 2 बच्चे और 6 क्रू थे। 122 पैसेंजर थे, 120 + 2 और 6 क्रू मेंबर थे। इसमें 3 पैसेंजर्स ने कहा कि हमें नहीं जाना क्योंकि हम लेट हो गए। तो वो 3 पैसेंजर्स वापस चले गए। बाकी पैसेंजर्स जो थे इंडिगो की दूसरी फ़्लाइट से कलकत्ता चले गए। वो जहाज़ अभी भी अमृतसर एयरपोर्ट पर खड़ा है क्योंकि उसमें टेक्निकल स्नैग हुआ है। तो जब तक उसके ऑलरेडी इंजीनियर्स काम कर रहे हैं, जो भी ऑपरेटिंग प्रोसीजर्स हैं स्टैंडर्ड उसके ऊपर वो लोग काम कर रहे हैं, उसकी चेक कर रहे हैं कि इंजन में क्या इश्यूज़ थे और वो ठीक होने के बाद जहाज़ यहाँ से डिपार्चर हो जाए। कितने 5000 फीट की ऊंचाई पर था जहाज जिस वक्त ये एमरजेंसी लैंडिंग हुई? लगभग 5000 फीट तक गया था और उसके बाद जब
3 मिनट हुए थे जहाज़ को डिपार्चर को, तब पायलट को वार्निंग मिली और उन्होंने कहा कि वो वापस आना चाहते हैं। उसके बाद उसको प्रॉपर जो प्रोसीजर है हमारा, उससे ILS के ऊपर लाकर जहाज़ को वापस लैंड कराया। इट इज़ एमरजेंसी लैंडिंग। उसमें हम लोग सारा जो फायर वगैरह है उसको अलर्ट पर रखते हैं और फायर क्रैश टेंडर वगैरह एयरक्राफ्ट के मतलब रनवे के साथ लगाए जाते हैं, ताकि अगर कोई इवेंचुअलिटी हो तो उसको इमीडिएटली असिस्ट किया जा सके। लेकिन ऐसा कुछ हुआ ही नहीं, जहाज़ सेफली लैंड किया और अपने आप ही जहाज़ वेकेट करके टैक्सी करके वापस बे पर गया। तो सभी पैसेंजर सेफ हैं जी? सभी सुरक्षित हैं, किसी को कोई भी प्रॉब्लम नहीं हुई और क्रू भी बिल्कुल ठीक है। ये जस्ट एक वार्निंग का प्रोसीजर था कि वार्निंग आई थी, बट इसमें कोई भी आग वगैरह ऐसी कोई घटना नहीं हुई। कुछ इस तरह से लोग बताया जा रहा है कि रूमर्स हैं कि उसके फायर के इंजन में आग लग गई थी, इस तरह की बातें सामने आ रही हैं। नहीं सर, इसमें कोई आग नहीं लगी थी। वो जहाज़ अभी भी खड़ा हुआ है, उसका बिल्कुल सुरक्षित है, उसमें जहाज़ में कोई ऐसे निशान नहीं है। यहाँ तक कि हमने फायर फाइटिंग व्हीकल्स प्रिकॉशनरी लगाए थे, लेकिन उनकी आवश्यकता नहीं पड़ी। जहाज़ पर कोई फायर नहीं था जब वो लैंड किया। इट्स सेफ एंड सिक्योर्ड जी, इट्स सेफ एंड सिक्योर। ਜੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਇੱਕ ਐਮਰਜੈਂਸੀ ਲੈਂਡਿੰਗ ਹੋਈ ਸੀ ਤਾਂ ਜਹਾਜ਼ ਨੇ ਜਿਸ ਵੇਲੇ ਇੱਕਦਮ ਉਡਾਨ ਬੜੀ ਤਾਂ ਕੁਝ ਹੀ ਮਿੰਟਾਂ ਦੇ ਬਾਅਦ ਜਿਹੜਾ ਹੈ ਉਸ ਦੇ ਵਿੱਚ ਇੱਕ ਇੰਜਨ ਦੇ ਵਿੱਚ ਖਰਾਬੀ ਸਾਹਮਣੇ ਆਈ ਤੇ ਜਿਸ ਤੋਂ ਬਾਅਦ ਉਸ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ ਤੇ ਉਸ ਤੋਂ ਬਾਅਦ ਬਾਕੀ ਸਾਰੇ ਯਾਤਰੀ ਜਿਹੜੇ ਸੀ ਕਲਕੱਤਾ ਜਾਣੇ ਸੀ ਤਾਂ ਉਸਨਾਂ ਨੂੰ ਇੱਕ ਹੋਰ ਫਲਾਈਟ ਦੇ ਰਾਹੀਂ ਭੇਜਿਆ ਗਿਆ ਤਾਂ ਫਿਲਹਾਲ ਉਸ ਫਲਾਈਟ ਦੀ ਤਕਨੀਕੀ ਖਰਾਬੀ ਹੋਣ ਕਰਕੇ 122 ਪੈਸੇਂਜਰਸ ਜਿਹੜੇ ਸੀ ਉਹਨਾਂ ਨੂੰ ਉਤਾਰਿਆ ਗਿਆ ਹੈ ਤਾਂ ਫਿਲਹਾਲ ਫਲਾਈਟ ਭੇਜ ਦਿੱਤੀ ਗਈ ਹੈ। ਲੇਕਿਨ ਇੰਡੀਗੋ 에ਅਰਲਾਈਨ ਦੀ ਫਲਾਈਟ ਦੇ ਵਿੱਚ ਇਹ ਮਾਮਲਾ ਸੀ ਜਿਸ ਨੂੰ ਲੈ ਕੇ ਕੁਝ ਰਿਊਮਰਸ ਹੋ ਰਹੇ, ਲੇਕਿਨ 에ਅਰਪੋਰਟ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਹੈ ਕਿ ਸੁਰੱਖਿਆ ਦੇ ਪੂਰੇ ਮਾਪਦੰਡ ਕੀਤੇ ਗਏ ਸੀ ਜਿਸ ਕਰਕੇ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਕੈਮਰਾਮੈਨ ਅਜੇ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ TV, ਅੰਮ੍ਰਿਤਸਰ।